ਸਤਿ ਸ਼੍ਰੀ ਅਕਾਲ। ਵਰਲਡ ਬੁਲਟਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗੁਰਿੰਦਰ ਸਿੰਘ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਨਾਈਜਰ ਦੇ ਵਿੱਚ ਜਮਹੂਰੀਅਤ ਨੂੰ ਬਹਾਲ ਕਰਨ ਲਈ ਫੌਜੀ ਕਾਰਵਾਈ ਦੀ ਤਿਆਰੀ। ਪੱਛਮੀ ਅਫਰੀਕੀ ਫੌਜ ਦੇ ਮੁਖੀਆਂ ਨੇ ਕੀਤਾ ਐਲਾਨ, ਕਿਹਾ ਸੀ ਅੰਤਹੀਣ ਗੱਲਬਾਤ ਵਿੱਚ ਨਹੀਂ ਹੋਵਾਂਗੇ ਸ਼ਾਮਲ। ਕੈਨੇਡਾ ਵਿੱਚ ਕਾਬੂ ਤੋਂ ਬਾਹਰ ਹੋਈ ਜੰਗਲ ਦੀ ਅੱਗ। ਯੈਲੋਨਾਈਫ ਸ਼ਹਿਰ ਦੇ 20,000 ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਉੱਤੇ ਜਾਣ ਦਾ ਦਿੱਤਾ ਗਿਆ ਹੁਕਮ। ਹੜ੍ਹ ਦੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਪੰਜਾਬ ਨੂੰ ਲਾਵਾਰਿਸ ਛੱਡ ਕੇ ਆਪਣੇ ਕਈ ਵਿਧਾਇਕਾਂ ਦੇ ਨਾਲ ਛੱਤੀਸਗੜ੍ਹ ਪਹੁੰਚੇ ਸੀਐਮ ਭਗਵੰਤ ਮਾਨ। ਕੇਜਰੀਵਾਲ ਲਈ ਕੀਤਾ ਜਾ ਰਿਹਾ ਹੈ ਚੋਣ ਪ੍ਰਚਾਰ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਅਮਰੀਕਾ ਦੇ ਵਿੱਚ ਹਵਾਈ ਸੂਬੇ ਦੇ ਜੰਗਲਾਂ ਦੇ ਵਿੱਚ ਲੱਗੀ ਭਿਆਨਕ ਅੱਗ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 110 ਤੱਕ ਪਹੁੰਚ ਚੁੱਕੀ ਹੈ। ਸੂਬਾਈ ਗਵਰਨਰ ਜੋਸ਼ ਗ੍ਰੀਨ ਨੇ ਕਿਹਾ ਹੈ ਕਿ ਅਮਰੀਕਾ ਦੇ ਇਤਿਹਾਸ ਦੇ ਵਿੱਚ ਜੰਗਲਾਂ ਦੇ ਵਿੱਚ ਅੱਗ ਲੱਗਣ ਦੀ ਇਹ ਸਭ ਤੋਂ ਭਿਆਨਕ ਘਟਨਾ ਹੈ। ਗ੍ਰੀਨ ਨੇ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਦੱਸਿਆ ਕਿ 110 ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਅਸੀਂ ਜੰਗਲ ਦੀ ਅੱਗ ਉੱਤੇ ਕਾਬੂ ਪਾਉਣ ਅਤੇ ਲੋਕਾਂ ਨੂੰ ਬਚਾਉਣ ਲਈ ਵਾਧੂ ਫੋਰਸ ਤਾਇਨਾਤ ਕਰ ਰਹੇ ਹਾਂ, ਇਹ ਯਕੀਨੀ ਕਰਨ ਲਈ ਕਿ ਅਸੀਂ ਤਬਾਹੀ ਵਾਲੀ ਥਾਂ ਦੇ ਹਰ ਕੋਨੇ ਵਿੱਚ ਜਾ ਸਕੀਏ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਕੈਰਿਨ ਜੀਨ ਪੀਅਰੇ ਨੇ ਕਿਹਾ ਹੈ ਕਿ ਰਾਸ਼ਟਰਪਤੀ ਜੋ ਬਾਈਡਨ ਅਤੇ ਫਰਸਟ ਲੇਡੀ ਜਿਲ ਬਾਈਡਨ ਖੇਤਰ ਦੇ ਸਭ ਤੋਂ ਭਿਆਨਕ ਜੰਗਲੀ ਅੱਗ ਤੋਂ ਬਚਾਏ ਗਏ ਲੋਕਾਂ ਅਤੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਨ ਦੇ ਲਈ 21 ਅਗਸਤ ਨੂੰ ਮੌਈ ਦਾ ਦੌਰਾ ਕਰਨਗੇ। ਜ਼ਿਕਰਯੋਗ ਹੈ ਕਿ ਹਵਾਈ ਦੇ ਜੰਗਲਾਂ ਦੇ ਵਿੱਚ ਅੱਗ ਖੁਸ਼ਕ ਅਤੇ ਗਰਮ ਮੌਸਮ ਕਾਰਨ ਲੱਗੀ ਹੈ। ਇਸ ਤੋਂ ਇਲਾਵਾ ਇੱਥੇ ਤੇਜ਼ ਹਵਾਵਾਂ ਦੇ ਕਾਰਨ ਅੱਗ ਹੋਰ ਵੀ ਫੈਲ ਚੁੱਕੀ ਹੈ। ਇਸ ਭਿਆਨਕ ਅੱਗ ਦੇ ਨਾਲ ਸੈਲਾਨੀ ਸਥਾਨ ਲਾਹੈਣਾ ਸਮੇਤ ਕਈ ਬਸਤੀਆਂ ਤਬਾਹ ਹੋ ਚੁੱਕੀਆਂ ਨੇ। ਸੁਰੱਖਿਆ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਇੱਥੇ ਸੜਕਾਂ ਉੱਤੇ ਆਵਾਜਾਈ ਰੋਕ ਦਿੱਤੀ ਹੈ। ਸੈਂਕੜੇ ਸਥਾਨਕ ਲੋਕਾਂ ਨੂੰ ਇਲਾਕੇ ਤੋਂ ਬਾਹਰ ਕੱਢਿਆ ਗਿਆ ਹੈ। ਤੇ ਉਧਰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਵਿੱਚ 21 ਚਰਚਾਂ ਉੱਤੇ ਭੀੜ ਦੇ ਵੱਲੋਂ ਕੀਤੇ ਗਏ ਹਮਲੇ ਦੇ ਸਬੰਧ ਵਿੱਚ 135 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਰਕਾਰ ਨੇ ਹਿੰਸਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਨੇ ਅਤੇ ਈਸਾਈ ਭਾਈਚਾਰੇ ਦੇ ਸਾਰੇ ਨੁਕਸਾਨੇ ਗਏ ਚਰਚਾਂ ਅਤੇ ਘਰਾਂ ਦੀ ਮੁਰੰਮਤ ਕਰਵਾਉਣ ਦਾ ਵਾਅਦਾ ਕੀਤਾ ਹੈ। 2 ਈਸਾਈਆਂ ਦੇ ਵੱਲੋਂ ਕਥਿਤ ਤੌਰ ਉੱਤੇ ਕੁਰਾਨ ਦੀ ਬੇਅਦਬੀ ਕਰਨ ਦੀਆਂ ਰਿਪੋਰਟਾਂ ਨੂੰ ਲੈ ਕੇ ਬੀਤੇ ਦਿਨੀ ਸੂਬਾਈ ਰਾਜਧਾਨੀ ਤੋਂ ਲਗਭਗ 130 ਕਿਲੋਮੀਟਰ ਦੂਰ ਫੈਸਲਾਬਾਦ ਜ਼ਿਲ੍ਹੇ ਦੀ ਜੜ੍ਹਾਂਵਾਲਾ ਤਹਿਸੀਲ ਦੇ ਵਿੱਚ ਗੁੱਸੇ ਵਿੱਚ ਆਈ ਭੀੜ ਨੇ ਕਈ ਚਰਚਾਂ ਅਤੇ ਘਰਾਂ ਨੂੰ ਅੱਗ ਲਾ ਦਿੱਤੀ। ਪੰਜਾਬ ਦੇ ਸੂਬਾਈ ਪੁਲਿਸ ਮੁਖੀ ਉਸਮਾਨ ਅਨਵਰ ਨੇ ਕਿਹਾ ਹੈ ਕਿ ਜੇ ਘਟਨਾਵਾਂ ਸਾਹਮਣੇ ਆਈਆਂ ਨੇ ਉਹ ਬਹੁਤ ਦੁਖਦਾਈ ਨੇ। ਇਸ ਤਰ੍ਹਾਂ ਦੀ ਹਿੰਸਾ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਕਿਹਾ ਹੈ ਕਿ ਉਹ ਈਸਾਈ ਭਾਈਚਾਰੇ ਦੇ ਨਾਲ ਇਕਜੁੱਟਤਾ ਦਿਖਾਉਣ ਦੇ ਲਈ ਐਤਵਾਰ ਨੂੰ ਜੜ੍ਹਾਂਵਾਲਾ शहर का दौरा करेंगे और उम्मीद रखते हैं कि इसके ज़रिए से हुकूमत और हमारी जुडिशरी जाने कि इन्हें बड़ी सख्ती से इस मसले को डील करना है और जिन लोगों ने तबाह बर्बादी की है उन्हें कैफ़े किरदार तक पहुँचाया जाए। बहुत सारे मुस्लिम वैसे नहीं हैं, लेकिन जो मुस्लिम ऐसे कर रहे हैं दूसरों को जब पता चलता है उसे रोकना चाहिए। बड़ी दर्द की बात है कि मसाजिद में ये अनाउंसमेंट होने लगी कि जाकर हमला बोलो, दावा बोलो। ये बहुत बुरी बात है, ये इंसानियत नहीं है। इंसानियत को हमें इस वक्त पाकिस्तान में सबसे ज़रूरी चीज़ है वो इंसानियत का होना। According to Qaid-e-Azam, laws are equal for everybody, but as we can see in Faisalabad, Jadranwala, the laws are different for each other. So I strongly condemn this act and I stand for my minority. ਤੇ ਉਧਰ ਪੱਛਮੀ ਅਫਰੀਕੀ ਫੌਜ ਦੇ ਮੁਖੀਆਂ ਨੇ ਬੀਤੇ ਦਿਨੀ ਦੱਸਿਆ ਹੈ ਕਿ ਉਹ ਨਾਈਜਰ ਦੇ ਵਿੱਚ ਜਮਹੂਰੀਅਤ ਨੂੰ ਬਹਾਲ ਕਰਨ ਦੇ ਲਈ ਇੱਕ ਸੰਭਾਵੀ ਫੌਜੀ ਦਖਲ ਦੇ ਲਈ ਸਹਿਮਤ ਹਨ, ਪਰ ਉਹ ਚਾਹੁੰਦੇ ਨੇ ਕਿ ਇਸ ਮਸਲੇ ਨੂੰ ਸ਼ਾਂਤੀ ਦੇ ਨਾਲ ਹੱਲ ਕੀਤਾ ਜਾ ਸਕੇ। ਇਸ ਦੇ ਲਈ ਭਲਕੇ ਉਹ ਤਖਤਾ ਪਲਟ ਦੇ ਨੇਤਾਵਾਂ ਦੇ ਨਾਲ ਇੱਕ ਮੀਟਿੰਗ ਕਰਨਗੇ, ਪਰ ਨਾਲ ਹੀ ਉਹਨਾਂ ਦੇ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਕੂਟਨੀਤਿਕ ਕੋਸ਼ਿਸ਼ਾਂ ਅਸਫਲ ਹੁੰਦੀਆਂ ਨੇ ਤਾਂ ਉਹਨਾਂ ਨੂੰ ਮਜਬੂਰਨ ਮਿਲਟਰੀ ਐਕਸ਼ਨ ਕਰਨਾ ਪਵੇਗਾ। ਇਹ ਬਿਆਨ ਗਾਨਾ ਦੀ ਰਾਜਧਾਨੀ ਅਕਰਾ ਦੇ ਵਿੱਚ ਪੱਛਮੀ ਅਫਰੀਕੀ ਫੌਜ ਮੁਖੀਆਂ ਦੀ 2 ਦਿਨਾਂ ਮੀਟਿੰਗ ਦੇ ਅੰਤ ਵਿੱਚ ਆਇਆ, ਜਿੱਥੇ ਉਹ ਨਾਈਜਰ ਦੇ ਵਿੱਚ ਤਾਕਤ ਦੀ ਸੰਭਾਵਿਤ ਵਰਤੋਂ ਦੇ ਲਈ ਲੌਜਿਸਟਿਕਸ ਅਤੇ ਰਣਨੀਤੀ ਬਾਰੇ ਚਰਚਾ ਕਰ ਰਹੇ ਸਨ। ਸਮਾਪਤੀ ਸਮਾਰੋਹ ਦੌਰਾਨ ਈਕੋਵਾਸ ਦੇ ਰਾਜਨੀਤਿਕ ਮਾਮਲੇ, ਸ਼ਾਂਤੀ ਅਤੇ ਸੁਰੱਖਿਆ ਕਮਿਸ਼ਨਰ ਅਬਦੇਲ ਫਾਤੂ ਮੂਸਾ ਨੇ ਕਿਹਾ ਹੈ ਕਿ ਅਸੀਂ
ਕਿਸੇ ਵੀ ਵੇਲੇ ਆਦੇਸ਼ ਦਿੱਤੇ ਜਾਣ ਲਈ ਤਿਆਰ ਹਾਂ। ਡੀ-ਡੇ ਦਾ ਵੀ ਫੈਸਲਾ ਕੀਤਾ ਗਿਆ ਹੈ। ਉਹਨਾਂ ਕਿਹਾ ਹੈ ਕਿ ਸ਼ਾਂਤੀਪੂਰਨ ਹੱਲ ਬਲਾਕ ਦਾ ਤਰਜੀਹੀ ਵਿਕਲਪ ਹੈ। ਇਸ ਲਈ ਅਸੀਂ ਕੋਈ ਦਰਵਾਜ਼ਾ ਬੰਦ ਨਹੀਂ ਕੀਤਾ ਹੈ, ਪਰ ਅਸੀਂ ਅੰਤਹੀਣ ਗੱਲਬਾਤ ਵਿੱਚ ਸ਼ਾਮਲ ਨਹੀਂ ਹੋਣ ਜਾ ਰਹੇ ਹਾਂ। We are ready to go anytime the order is given. The D-Day is also decided, which we are not going to disclose. There will be no more meetings of the chiefs of defense staff. If there will be, it will be probably in the course of the operation if there is the need to adjust the operation. Tomorrow, there is the possibility of an ECOWAS mission going into Niger to continue to pursue the peaceful path, to restoration of constitutional order. So I don't think we must focus on the military aspect. We are ready to resolve it peacefully, but it takes two to tango. ਪਨਾਮਾ ਨੇ ਬੀਤੇ ਦਿਨੀ ਘੋਸ਼ਣਾ ਕੀਤੀ ਹੈ ਕਿ 2022 ਦੇ ਮੁਕਾਬਲੇ ਇਸ ਸਾਲ ਹੁਣ ਤੱਕ ਮੱਧ ਅਤੇ ਦੱਖਣੀ ਅਮਰੀਕਾ ਨੂੰ ਵੱਖ ਕਰਨ ਵਾਲੇ ਖਤਰਨਾਕ ਜੰਗਲੀ ਖੇਤਰ ਡੈਰੀਅਨ ਗੈਪ ਨੂੰ ਜ਼ਿਆਦਾ ਪ੍ਰਵਾਸੀਆਂ ਨੇ ਪਾਰ ਕੀਤਾ ਹੈ। ਇਸ ਦੇ ਖਤਰਿਆਂ ਦੇ ਬਾਵਜੂਦ ਪਨਾਮਾ ਕੋਲੰਬੀਆ ਸਰਹੱਦ ਉੱਤੇ 165 ਮੀਲ ਡੈਰੀਅਨ ਗੈਪ ਦੱਖਣੀ ਅਮਰੀਕਾ ਤੋਂ ਸੰਯੁਕਤ ਰਾਜ ਅਮਰੀਕਾ ਲਈ ਪ੍ਰਵਾਸੀਆਂ ਲਈ ਇੱਕ ਪ੍ਰਮੁੱਖ ਗਲਿਆਰਾ ਬਣ ਗਿਆ ਹੈ। ਪਨਾਮਾ ਦੀ ਮਾਈਗ੍ਰੇਸ਼ਨ ਦੀ ਡਿਪਟੀ ਡਾਇਰੈਕਟਰ ਮਾਰੀਆ ਇਜ਼ਾਬੇਲ ਸਾਰਾਵੀਆ ਨੇ ਇੱਕ ਨਿਊਜ਼ ਕਾਨਫਰੰਸ ਨੂੰ ਦੱਸਿਆ ਹੈ ਕਿ ਐਤਵਾਰ ਤੱਕ 2,48,901 ਪ੍ਰਵਾਸੀ ਖਤਰਨਾਕ ਰਸਤੇ ਤੋਂ ਲੱਗੇ ਨੇ। ਪਨਾਮਾ ਦੇ ਪਬਲਿਕ ਸੇਫਟੀ ਮੰਤਰੀ ਜੁਆਨ ਮੈਨੂਅਲ ਨੇ ਚੇਤਾਵਨੀ ਦਿੱਤੀ ਹੈ ਕਿ ਡੈਰੀਅਨ ਗੈਪ ਤੋਂ ਲੰਘਣ ਵਾਲੇ ਲੋਕਾਂ ਦੀ ਗਿਣਤੀ ਸਾਲ ਦੇ ਅੰਤ ਤੱਕ 4 ਲੱਖ ਤੱਕ ਪਹੁੰਚ ਸਕਦੀ ਹੈ। ਯਾਤਰਾ ਜੰਗਲੀ ਜਾਨਵਰਾਂ, ਨਦੀਆਂ ਅਤੇ ਅਪਰਾਧਿਕ ਗਿਰੋਹਾਂ ਦੁਆਰਾ ਘਿਰੀ ਹੋਈ ਹੈ ਜੋ ਪ੍ਰਵਾਸੀਆਂ ਨੂੰ ਲੁੱਟਦੇ ਨੇ ਜਾਂ ਉਹਨਾਂ ਨੂੰ ਜੰਗਲ ਦੇ ਵਿੱਚ ਲਿਜਾਣ ਲਈ ਪੈਸੇ ਦੀ ਮੰਗ ਕਰਦੇ ਨੇ। ਪਨਾਮਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੰਘਣੇ ਜੰਗਲ ਖੇਤਰ ਦੇ ਵਿੱਚ ਮਰਨ ਵਾਲੇ ਪ੍ਰਵਾਸੀਆਂ ਦੀ ਸਹੀ ਗਿਣਤੀ ਨਹੀਂ ਪਤਾ ਕਿਉਂਕਿ ਬਹੁਤ ਸਾਰੀਆਂ ਮੌਤਾਂ ਦੀ ਰਿਪੋਰਟ ਨਹੀਂ ਕੀਤੀ ਜਾਂਦੀ। ਸਾਰਾਵੀਆ ਨੇ ਕਿਹਾ ਹੈ ਕਿ ਇਸ ਸਾਲ ਹੁਣ ਤੱਕ ਦਰਜ ਕੀਤੇ ਗਏ ਪ੍ਰਵਾਸੀਆਂ ਵਿੱਚੋਂ ਤਕਰੀਬਨ 1 ਲੱਖ ਤੋਂ ਵੱਧ ਪ੍ਰਵਾਸੀ ਵੈਨਜ਼ੂਏਲਾ ਦੇ ਸਨ। ਲਗਭਗ 33,000 ਹੈਤੀ, 25,000 ਇਕਵਾਡੋਰੀਅਨ ਅਤੇ 8500 ਚੀਨੀ ਇਸ ਰਸਤੇ ਤੋਂ ਲੰਘ ਰਹੇ ਸਨ। ਕੈਨੇਡਾ ਦੇ ਉੱਤਰ ਪੱਛਮੀ ਖੇਤਰਾਂ ਦੇ ਵਿੱਚ ਜੰਗਲੀ ਅੱਗ ਕਾਫੀ ਫੈਲ ਚੁੱਕੀ ਹੈ। ਯੈਲੋਨਾਈਫ ਸ਼ਹਿਰ ਦੇ 20,000 ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਉੱਤੇ ਜਾਣ ਦਾ ਹੁਕਮ ਦਿੱਤਾ ਗਿਆ ਹੈ। ਇਸ ਦੌਰਾਨ ਫਾਇਰ ਬ੍ਰਿਗੇਡ ਯੈਲੋਨਾਈਫ ਕਸਬੇ ਤੋਂ ਅੱਗ ਨੂੰ ਦੂਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਕੈਨੇਡਾ ਦੇ ਵਿੱਚ ਇਸ ਸਾਲ ਜੰਗਲਾਂ ਦੇ ਵਿੱਚ ਲੱਗੀ ਅੱਗ ਕਾਰਨ ਕਰੀਬ 1,34,000 ਵਰਗ ਕਿਲੋਮੀਟਰ ਦਾ ਇਲਾਕਾ ਸੜ ਚੁੱਕਿਆ ਹੈ। ਇਹ ਹਰ 10 ਸਾਲਾਂ ਦੇ ਵਿੱਚ ਸੜਨ ਵਾਲੇ ਖੇਤਰ ਨਾਲੋਂ ਲਗਭਗ 6 ਗੁਣਾ ਵੱਧ ਹੈ। ਇਸ ਸੀਜ਼ਨ ਦੇ ਵਿੱਚ ਹੁਣ ਤੱਕ ਲਗਭਗ 2 ਲੱਖ ਲੋਕਾਂ ਨੂੰ ਕਿਸੇ ਨਾ ਕਿਸੇ ਸਮੇਂ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਆਪਣਾ ਘਰ ਛੱਡਣਾ ਪਿਆ ਹੈ। ਸ਼ਹਿਰ ਦੀ ਮੇਅਰ ਰੇਬੇਕਾ ਨੇ ਕਿਹਾ ਹੈ ਕਿ ਵਿਸ਼ੇਸ਼ ਟੀਮਾਂ ਅੱਗ ਨੂੰ ਫੈਲਣ ਤੋਂ ਰੋਕਣ ਲਈ ਸ਼ਹਿਰ ਦੇ ਨੇੜੇ ਦਰਖਤਾਂ ਨੂੰ ਕੱਟ ਰਹੀਆਂ ਨੇ। ਅੱਗ ਫਿਲਹਾਲ ਸ਼ਹਿਰ ਦੇ ਉੱਤਰ ਪੱਛਮੀ ਖੇਤਰ ਤੋਂ ਲਗਭਗ 15 ਕਿਲੋਮੀਟਰ ਦੂਰ ਹੈ। As you've dealt with fires this summer as well and continue to, being there to open up hearts and homes and communities to people fleeing horrific situations is really important and a great example of how different orders of government can and will and must work together to be there to support people. And Caroline, thank you so much, not just for your leadership in the government of Northwest Territories, but also for being the local representatives to many people from Yellowknife and the conversations that we were able to have with some of your constituents and with folks who are facing just a real uncertain and scary time right now. And this is something we've seen right across the country this summer, from East Coast, the fires in Nova Scotia, to dealing with floods across the country, wildfires in just about every province across this country, terrible loss, increased extreme weather events. And all through it, we've seen Canadians step up
obviously first responders, firefighters, police, volunteers, Red Cross have been incredible in supporting and responding to people, but so have neighbors, being there for neighbors, people looking out for each other, supporting each other through incredibly difficult times. As I was speaking with a number of the evacuees, that sense of community is incredibly strong, even as people are worried about their homes and their community in Yellowknife. They're finding those moments to be together, to power through, to look out for each other and to support each other and talk about the challenges and the successes we're going to be building as individuals, as communities, and as a country in the coming years. In regards to the Northwest Territories, I've been in direct contact with the government of Northwest Territories, speaking directly with the Premier a couple of days ago and staying in close contact as extremely difficult decisions are made. And I really want to recognize that the situation in Yellowknife that we're still hoping doesn't become the worst case scenario. ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਬੀਤੇ ਦਿਨੀ ਇਜ਼ਰਾਈਲ ਦੇ ਆਰਥਿਕ ਹੱਬ ਤੇਲ ਅਵੀਵ ਦੇ ਵਿੱਚ ਪਹਿਲੀ ਲਾਈਟ ਰੇਲ ਸੇਵਾ ਦਾ ਉਦਘਾਟਨ ਕੀਤਾ। ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ਰੇਲ ਨੈਟਵਰਕ ਤਟਵਰਤੀ ਸ਼ਹਿਰਾਂ ਦੇ ਉੱਤਰ ਪੂਰਬੀ ਉਪਨਗਰ ਪੇਟਾਹ ਟਿਕਵਾ ਨੂੰ ਦੱਖਣ ਦੇ ਵੱਲ 24 ਕਿਲੋਮੀਟਰ ਦੀ ਦੂਰੀ ਉੱਤੇ ਬੈਟ ਯਾਮ ਨਾਲ ਜੋੜੇਗਾ। ਵੀਰਵਾਰ ਦਾ ਸਮਾਰੋਹ ਤੇਲ ਅਵੀਵ ਦੇ ਮੇਅਰ ਰੌਨ ਹੁਲਦਈ ਦੀ ਮੌਜੂਦਗੀ ਤੋਂ ਬਿਨਾਂ ਆਯੋਜਿਤ ਕੀਤਾ ਗਿਆ ਸੀ, ਜੋ ਵਿਰੋਧ ਅੰਦੋਲਨ ਦਾ ਹਿੱਸਾ ਨੇ। ਇੱਕ ਨਿਊਜ਼ ਵੈਬਸਾਈਟ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਹੁਲਦਈ ਨੇ ਕਿਹਾ ਹੈ ਕਿ ਮੈਨੂੰ ਖੁਸ਼ੀ ਹੈ ਕਿ ਇਹ ਲਾਈਨ ਖੁੱਲ੍ਹੀ ਹੈ, ਪਰ ਦੇਸ਼ ਨੂੰ ਜਿਸ ਤਰੀਕੇ ਨਾਲ ਚਲਾਇਆ ਜਾ ਰਿਹਾ ਉਸ ਦੇ ਖਿਲਾਫ ਇੱਕ ਵਿਰੋਧ ਅੰਦੋਲਨ ਦਾ ਹਿੱਸਾ ਮੈਂ ਹਾਂ। ਪੇਟਾਹ ਟਿਕਵਾ ਦੇ ਵਿੱਚ ਉਦਘਾਟਨੀ ਸਮਾਰੋਹ ਤੋਂ ਥੋੜ੍ਹੀ ਹੀ ਦੂਰੀ ਉੱਤੇ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀਆਂ ਦੀ ਰੈਲੀ ਕਰਨ ਦੇ ਬਾਵਜੂਦ ਨੇਤਨਯਾਹੂ ਨੇ ਇਸ ਨੂੰ ਇਜ਼ਰਾਈਲ ਦੇ ਲਈ ਜਸ਼ਨ ਦਾ ਦਿਨ ਕਿਹਾ। ਉਹਨਾਂ ਕਿਹਾ ਹੈ ਕਿ ਅਸੀਂ ਇਜ਼ਰਾਈਲ ਦੇ ਆਵਾਜਾਈ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰ ਰਹੇ ਹਾਂ। Very exciting, like to be here in the first day. It's also very crowded because it's the first day, so also the ride is free of charge, but it's still very exciting, and we are glad to experience that and see all the technology, and also avoid the traffic outside. For me, the ride was really smooth, and I really liked the experience of riding the first light train here in Tel Aviv, the underground train. And I'm really excited about this experience because we were expecting for the train to start operating for a lot of years, and there were a lot of delays. So it finally started to ride. So I'm really excited about it. I think I would use it in some cases when because we live in Ramat Gan, which is a nearby city to Tel Aviv. So I am assuming we will use it each time we want to go to Tel Aviv or to Jaffa. ਤੇ ਉਧਰ ਗੁਆਟੇਮਾਲਾ ਦੇ ਨੌਜਵਾਨ ਉਮੀਦ ਕਰ ਰਹੇ ਨੇ ਕਿ ਐਤਵਾਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਅਜਿਹੇ ਦੇਸ਼ ਦੇ ਵਿੱਚ ਉਹਨਾਂ ਦੀ ਕਿਸਮਤ ਨੂੰ ਬਦਲ ਦੇਵੇਗੀ, ਜਿੱਥੇ ਗਰੀਬੀ, ਹਿੰਸਾ ਅਤੇ ਭ੍ਰਿਸ਼ਟਾਚਾਰ ਨੇ ਸੈਂਕੜੇ ਹਜ਼ਾਰਾਂ ਲੋਕਾਂ ਨੂੰ ਸੰਯੁਕਤ ਰਾਜ ਅਮਰੀਕਾ ਭੱਜਣ ਲਈ ਮਜਬੂਰ ਕੀਤਾ ਹੈ। ਪੱਛਮ ਦੇ ਚਿਨਕ ਸ਼ਹਿਰ ਦੇ ਇੱਕ ਨਰਸਿੰਗ ਵਿਦਿਆਰਥੀ ਵਿਲਸਨ ਇਤਜ਼ੇਪ ਨੇ ਕਿਹਾ ਹੈ ਕਿ ਨੌਜਵਾਨ ਹੋਣ ਦੇ ਨਾਤੇ ਅਸੀਂ ਉਮੀਦ ਕਰਦੇ ਹਾਂ ਕਿ ਦੇਸ਼ ਬਦਲੇਗਾ ਅਤੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਹਰ ਨੌਜਵਾਨ ਦੇ ਕੋਲ ਨੌਕਰੀ ਹੋਵੇਗੀ। ਉਸਨੇ ਦੱਸਿਆ ਕਿ ਬਹੁਤ ਸਾਰੇ ਨੌਜਵਾਨਾਂ ਵਾਂਗ ਉਹ ਵੀ ਬਰਨਾਰਡੋ ਅਰੇਵਾਲੋ ਦੀ ਹਮਾਇਤ ਕਰ ਰਿਹਾ ਹੈ, ਜਿਸ ਨੇ ਆਪਣੇ ਭ੍ਰਿਸ਼ਟਾਚਾਰ ਵਿਰੋਧੀ ਸੰਦੇਸ਼ ਦੇ ਨਾਲ ਵੋਟਰਾਂ ਨੂੰ ਕਾਫੀ ਉਤਸ਼ਾਹਿਤ ਕੀਤਾ ਹੈ। 64 ਸਾਲਾ ਸਮਾਜ ਵਿਗਿਆਨੀ ਨੇ ਇੱਕ ਇੰਟਰਵਿਊ ਵਿੱਚ AFP ਨੂੰ ਦੱਸਿਆ ਹੈ ਕਿ ਉਸ ਦੀ ਤਰਜੀਹ ਭ੍ਰਿਸ਼ਟਾਚਾਰ ਦੇ ਨਾਲ ਲੜਨਾ ਹੋਵੇਗੀ। ਡੈਮਾਂ ਦੇ ਵਿੱਚੋਂ ਛੱਡੇ ਜਾ ਰਹੇ ਪਾਣੀ ਨੇ ਪੰਜਾਬ ਦੇ ਵਿੱਚ ਤਬਾਹੀ ਮਚਾਈ ਹੋਈ ਹੈ ਅਤੇ ਜੇਕਰ ਤੁਸੀਂ ਬੰਨ ਦੀ ਗੱਲ ਕਰੀਏ ਤਾਂ ਬਗੈਰ ਸਰਕਾਰੀ ਮਦਦ ਦੀ ਉਡੀਕ ਕੀਤੇ ਸਥਾਨਕ ਲੋਕ ਜਾਨ ਅਤੇ ਮਾਲ ਬਚਾਉਣ ਲਈ ਬੰਨ ਬਣਾਉਣ ਦੇ ਵਿੱਚ ਲੱਗੇ ਹੋਏ ਨੇ। ਇਸ ਮੌਕੇ ਕਿਸਾਨ ਆਗੂ ਨੇ ਨੌਜਵਾਨਾਂ ਨੂੰ ਕੁਝ ਸੁਝਾਅ ਵੀ ਦਿੱਤੇ ਨੇ ਤਾਂ ਕਿ ਇਹ ਬੰਨ ਸੌਖੇ ਤਰੀਕੇ ਨਾਲ ਬੰਨੇ ਜਾ ਸਕਣ। ਜਿਹੜਾ ਦਰਿਆ 'ਚ ਹੁਣ ਅਸੀਂ ਅੱਜ ਜਿਹੜਾ 2:30 ਵਜੇ ਤੇ ਲੱਗੇ ਸੀ, ਜਿਹੜਾ ਮੇਨ ਟੱਕ ਸੀਗਾ ਜਿੱਥੇ ਮੇਨ ਪਾੜ ਪਿਆ ਆ, ਉੱਥੇ ਲੱਗੇ ਸੀਗੇ। ਇਹ ਦਾਦ ਦਿਨਾਂ ਨੌਜਵਾਨਾਂ ਦੀ ਜਿਨ੍ਹਾਂ ਨੇ 2:30 ਵਜੇ ਤੋਂ ਲਾ ਕੇ ਹੁਣ ਤੱਕ ਇਹ 30 ਫੁੱਟ ਜਿਹੜਾ ਪਾੜ ਆ ਉਹ ਤੋੜਤਾ। ਤੇ ਇਹ ਮੋਜਪੁਰ ਦੇ ਵੀ ਨੌਜਵਾਨ ਜਿਹੜੇ ਸਵੇਰ ਦੇ ਲੱਗੇ, ਮੈਂ ਇਹਨਾਂ ਦੀ ਦਾਦ ਦਿਨਾਂ ਆ ਕਿ ਇਹਨਾਂ ਨੂੰ ਤਗੜੇ ਹੋ ਕੇ ਹਮਲਾ ਮਾਰਿਆ।
ਔਰ ਮੈਂ ਹੁਣ ਬੇਨਤੀ ਕਰਨੀ ਚਾਹੁੰਦਾ ਸਾਰੇ ਸੰਗਤ ਨੂੰ ਕਿ ਸਵੇਰੇ 7 ਵਜੇ ਫਿਰ ਇਹ ਸੇਵਾ ਚਾਲੂ ਹੋਣੀ ਆ। ਔਰ ਮੈਂ ਸਾਰੀ ਸੰਗਤ ਨੂੰ ਇੱਕ ਬੇਨਤੀ ਕਰਾਂਗਾ ਕਿ ਜਿੰਨੇ ਵੀ ਆਉਣਾ ਉਹ ਮਿੱਟੀ ਜਿਹੜੀ ਆ ਬੋਰੀਆਂ 'ਚ ਭਰ ਕੇ ਲਿਆਵੇ। ਮੇਰੇ ਹੱਥ ਜੋੜ ਕੇ ਬੇਨਤੀ ਆ ਕਿ ਉਦਾਂ ਮਿੱਟੀ ਨੇ ਲੈ ਕੇ ਬੜਾ ਬੁਰਾ ਹਾਲ ਆ, ਮਿੱਟੀ ਲਾਉਣ ਨੂੰ ਥਾਂ ਨਹੀਂ, ਇਸ ਕਰਕੇ ਮਿੱਟੀ ਜਿਹੜੀ ਆ ਬੋਰੀਆਂ 'ਚ ਲੱਦ ਕੇ ਲੈ ਕੇ ਆਓ ਤੇ ਵੱਧ ਤੋਂ ਵੱਧ ਵਲੰਟੀਅਰ, ਵੱਧ ਤੋਂ ਵੱਧ ਸੇਵਾਦਾਰ ਪਿੰਡਾਂ ਵਿੱਚ ਨਿਕਲੋ। ਕੱਲ ਨੂੰ ਇਹ ਬੰਨ ਪੂਰਦੀ ਹੈ ਤੇ ਫਿਰ ਇਹ ਪਾਣੀ ਜਿਹੜਾ ਵਾ ਬਿਲਕੁਲ ਹੀ ਖਤਮ ਹੋ ਜਾਏਗਾ। ਇਸ ਕਰਕੇ ਮੇਰੀ ਬੇਨਤੀ ਆ ਸਵੇਰੇ 7 ਵਜੇ ਦੁਬਾਰਾ ਸੇਵਾ ਇਹ ਚਾਲੂ ਹੋਣੀ ਆ। ਸਾਰੀ ਸੰਗਤ ਸਵੇਰੇ 7 ਵਜੇ ਤੇ ਹੁਮ ਆ ਕੇ ਪਹੁੰਚੇ ਕਿਉਂਕਿ ਕੱਲ ਨੂੰ ਇਹ ਬੰਨ ਜਿਹੜਾ ਪੂਰ ਦਿੱਤਾ ਜਾਵੇ। ਇੰਨੀਆਂ ਬੇਨਤੀਆਂ ਕਰਦੇ ਫਤਿਹ। ਵਾਹਿਗੁਰੂ ਜੀ ਕਾ ਕਾਮੇਡੀਅਨ ਤੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਭਗਵੰਤ ਮਾਨ ਐਕਟਿੰਗ ਦੇ ਵਿੱਚ ਕਾਫੀ ਚੰਗੇ ਸਨ, ਪਰ ਉਹਨਾਂ ਦਾ ਐਕਟਿੰਗ ਵਾਲਾ ਸ਼ੌਂਕ ਸ਼ਾਇਦ ਅਜੇ ਵੀ ਬਰਕਰਾਰ ਹੈ। ਦਰਅਸਲ ਪਿਛਲੇ ਦਿਨੀ ਭਗਵੰਤ ਮਾਨ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਸਨ, ਜਿੱਥੇ ਉਹ ਛੱਤ ਉੱਤੇ ਬੈਠੇ ਕੁਝ ਲੋਕਾਂ ਨੂੰ ਬਚਾ ਕੇ ਲਿਆਏ। ਇਸ ਸੰਬੰਧੀ ਉਹਨਾਂ ਕੁਝ ਵੀਡੀਓ ਵੀ ਸ਼ੇਅਰ ਕੀਤੀਆਂ, ਪਰ ਹੁਣ ਸੁਖਪਾਲ ਖਹਿਰਾ ਦਾ ਦਾਅਵਾ ਹੈ ਕਿ ਇਹ ਕਹਾਣੀ ਝੂਠੀ ਹੈ ਤੇ ਮੁੱਖ ਮੰਤਰੀ ਸਾਹਿਬ ਆ ਸਭ ਕੁਝ ਸਿਰਫ ਤੇ ਸਿਰਫ ਫੋਕੀ ਸ਼ੋਹਰਤ ਖੱਟਣ ਲਈ ਕਰ ਰਹੇ ਹਨ। ਜੋ ਹੜ੍ਹ ਆਏ ਹੋਏ ਨੇ ਉਹਦੇ 'ਚ ਕਿੱਦਾਂ ਇਹ ਪਹਿਲਾਂ ਸਕ੍ਰਿਪਟ ਲਿਖਦੇ ਨੇ, ਫਿਰ ਸਥਾਨ ਚੁਣਦੇ ਨੇ, ਫਿਰ ਫਰਾਡੂਲੈਂਟ ਬੰਦੇ ਚੁਣਦੇ ਨੇ, ਫਿਰ ਉੱਤੇ ਕਿਸ਼ਤੀ ਲੈ ਕੇ ਜਾਂਦਾ ਹੈ ਔਰ ਉਸ ਬੰਦੇ ਨੂੰ ਫਿਰ ਕਿਸ਼ਤੀ ਤੋਂ ਉਹਦੇ ਨਾਲ ਗੱਲਬਾਤ ਕਰਕੇ ਐ ਸ਼ੋਅ ਕਰ ਰਿਹਾ ਕਿ ਮੈਂ ਤਾਂ ਤੁਹਾਡਾ ਹੀ ਬੱਚਾ, ਤੁਹਾਡਾ ਹੀ ਮੁੰਡਾ। ਇਹ ਸਾਰਾ ਫਰਾਡ ਆ। ਫੱਤਾ ਕੁੱਲਾ ਪਿੰਡ ਹੈ। ਭਗਵੰਤ ਮਾਨ 17 ਤਰੀਕ ਨੂੰ ਯਾਨੀ ਕਿ ਪਰਸੋਂ ਟਾਂਡੇ ਹਲਕੇ ਦੇ ਵਿੱਚ ਜਾਂਦਾ ਵਾ ਔਰ ਇਹ ਟਾਂਡੇ ਹਲਕੇ ਦਾ ਆਮ ਆਦਮੀ ਪਾਰਟੀ ਦਾ ਐਮਐਲਏ ਹੈਗਾ ਰਾਜਾ ਗਿੱਲ। ਜਿਹੜੇ ਆਦਮੀ ਨੂੰ ਇਹ ਕੋਠੇ ਤੋਂ ਗੱਲਾਂ ਕਰ ਰਿਹਾ ਨਾ, ਕਿਸ਼ਤੀ ਦੇ ਵਿੱਚ ਜਾਂਦਾ, ਕਿਸ਼ਤੀ ਤੋਂ ਖੜ ਕੇ ਤੇ ਕੋਠੇ ਤੇ ਗੱਲ ਕਰ ਰਿਹਾ ਕਿ ਮੈਂ ਆ ਗਿਆ, ਤੁਸੀਂ ਪਰਵਾਹ ਨਹੀਂ ਕਰਨੀ, ਘਬਰਾਉਣਾ ਨਹੀਂ, ਤੁਹਾਨੂੰ ਕੱਲੇ ਨੂੰ ਕੱਢ ਕੇ ਲੈ ਕੇ ਜਾਊਂਗਾ। ਉਹ ਜਿਹੜਾ ਆਦਮੀ ਆ ਉਹ ਇੱਕ ਦਿਨ ਪਹਿਲਾਂ 16 ਤਰੀਕ ਨੂੰ ਰਾਜਾ ਗਿੱਲ ਦੇ ਨਾਲ ਕਿਸ਼ਤੀ 'ਚ ਬੈਠ ਕੇ ਪੂਰਾ ਸਫ਼ਰ ਕਰ ਰਿਹਾ ਹੈ, ਘੁੰਮ ਰਿਹਾ ਸਾਰੇ ਇਲਾਕੇ ਦੇ ਵਿੱਚ। ਉਸ ਬੰਦੇ ਦਾ ਨਾਮ ਹੈਗਾ ਵਾ ਤਰਸੇਮ ਏਲੀਅਸ ਸੀਮਾ, ਪੁੱਤਰ ਗੁਰਦਿਆਲ ਸਿੰਘ, ਪਿੰਡ ਫੱਤਾਕੁੱਲਾ ਜਿਹੜਾ ਕਿ ਰੜਾ ਟਾਲੀ ਦੇ ਲਾਗੇ ਪਿੰਡ ਪੈਂਦਾ, ਸਾਡੇ ਲਾਗੇ ਨਜ਼ਦੀਕ ਹੀ ਪੈਂਦਾ ਵਾ। ਔਰ ਇਹ ਸਾਰਾ ਕਿੱਦਾਂ ਡਰਾਮਾ ਕਰਦਾ ਹੁਣ ਤੁਸੀਂ ਇੱਕ ਵਾਰ ਦੇਖੋ। ਪਹਿਲਾਂ ਆ ਜਿਹੜਾ ਬੰਦਾ ਹੈ ਤੁਹਾਨੂੰ ਦਿਸ ਰਿਹਾ ਇਹ ਸੀਮਾ ਵਾ। ਆ ਜਿਹੜਾ ਬੈਠਾ ਨਾਲ ਬੈਠਾ ਰਾਜਾ ਗਿੱਲ ਐਮਐਲਏ, ਕਿਸ਼ਤੀ 'ਚ ਪਹਿਲਾਂ ਇੱਕ ਦਿਨ ਪਹਿਲਾਂ ਜਾ ਰਹੇ ਨੇ, ਸਫ਼ਰ ਕਰ ਰਹੇ ਨੇ। ਉਹ ਬੈਠਾ ਰਾਜਾ ਗਿੱਲ ਹਰੀ ਪੱਗ ਵਾਲਾ ਤੇ ਆ ਜਿਹੜਾ ਮਸਟਰਡ ਜੀ ਟਰਬਨ ਵਾਲਾ ਹੈਗਾ ਪੀਲੀ ਪੱਗ ਵਾਲਾ, ਇਹ ਸੀਮਾ ਹੈ। ਠੀਕ ਹੈ। ਹੁਣ ਅਗਲੀ ਵੀਡੀਓ ਤੁਸੀਂ ਇਹਨਾਂ ਦੀ ਦੇਖੋ। ਇਹ ਕੋਠੇ ਤੇ ਸੀਮਾ ਖੜਾ ਵਾ, ਤਰਸੇਮ ਏਲੀਅਸ ਸੀਮਾ, ਪਿੰਡ ਫੱਤਾਕੁੱਲਾ, ਹਲਕਾ ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ। ਇਹ 17 ਤਰੀਕ ਨੂੰ ਸਾਰਾ ਡਰਾਮਾ ਕੀਤਾ ਗਿਆ। ਇੱਕ ਫਿਕਸਡ ਮੈਚ ਜਿਹਨੂੰ ਕਹਿੰਦੇ ਨੇ, ਨਾਟਕ ਕੀਤਾ ਗਿਆ। ਆ ਨੌਟੰਕੀ ਇਸ ਬੰਦੇ ਦੀ। ਪੰਜਾਬ ਦੇ ਵਿੱਚ ਲੋਕ ਹੜ੍ਹਾਂ ਨਾਲ ਮਰ ਰਹੇ ਨੇ ਅਤੇ ਭਗਵੰਤ ਮਾਨ ਸੂਬੇ ਨੂੰ ਲਾਵਾਰਿਸ ਛੱਡ ਕੇ ਆਪਣੇ ਕਈ ਵਿਧਾਇਕਾਂ ਦੇ ਨਾਲ ਛੱਤੀਸਗੜ੍ਹ ਪਹੁੰਚ ਚੁੱਕੇ ਨੇ, ਜਿੱਥੇ ਉਹ ਕੇਜਰੀਵਾਲ ਦੇ ਲਈ ਚੋਣ ਪ੍ਰਚਾਰ ਕਰ ਰਹੇ ਨੇ। ਪਰ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਜਿਸ ਕਹਾਣੀ ਨੂੰ ਸੁਖਪਾਲ ਖਹਿਰਾ ਝੂਠਾ ਦੱਸ ਰਹੇ ਨੇ, ਉਸੇ ਕਹਾਣੀ ਜ਼ਰੀਏ ਭਗਵੰਤ ਮਾਨ ਛੱਤੀਸਗੜ੍ਹ ਦੇ ਲੋਕਾਂ ਨੂੰ ਲੁਭਾਉਣ ਦੇ ਵਿੱਚ ਲੱਗੇ ਹੋਏ ਨੇ। ਜੇ ਯਕੀਨ ਨਹੀਂ ਤਾਂ ਤੁਸੀਂ ਖੁਦ ਉਹ ਵੀਡੀਓ ਜ਼ਰੂਰ ਵੇਖੋ। पैसा आया और पंजाब में जुलाई महीने से 1 साल के बाद अभी अगस्त आ गया, 1 साल हो गया है, 1 साल 1 महीना हो गया। पंजाब में लगभग 90% घरों को बिजली का बिल 0 आता है। पंजाब से बहुत से मेरे भाई बैठे हैं, पंजाब मेरे रिश्तेदारियां हैं, दोस्त मित्र हैं। आप बता दीजिएगा इनको कि कितने बिल आते हैं। मैं आपको एक बड़ी अच्छी बात बताता हूं। पंजाब में बाढ़ आई है तो परसों में बाढ़ प्रभावित एरिया में गया। कोई एक घर था जो थोड़ा निचले इलाके में था, पानी भरा हुआ था। तो एनडीआरएफ की टीम ने कहा जी वो आने से मना कर रहे हैं कि हम यहीं रहेंगे छत के ऊपर। मैंने कहा चलो ले आते हैं उनको। मेरे कहने पे वो आ गए, बोट में बैठ गए। उन्होंने आते आते मुझे एक बात बताई। कहता जी मैं दूध का काम करता हूं, मैं दूध बेचता हूं,
घर घर जाके मैं दूध, जो दोजी बोलते हैं पंजाबी में, दूध का काम करता हूं। पहले मुझे जो मेरे ग्राहक हैं कभी 2.5 महीने बाद पैसे देते थे दूध के, कभी 3 महीने बाद पैसे देते थे। लेकिन अचानक से क्या हुआ सर, मुझे नहीं पता था कि वो हर महीने मुझे दूध के पैसे देने लगे। मैंने उनसे पूछा कि भाई 2.5 महीने 3 महीने के बाद दूध के पैसे देते थे आप, अभी 1 महीने में क्यों देने लगे? तो उन्होंने कहा जी कि आम आदमी पार्टी की सरकार ने बिजली फ्री कर दी, हमारा 5-6 हजार रुपया महीने का बिजली का बिल बचने लगा है। बिजली का बिल बचने लगा, उन्होंने दूध वाले का बिल उतारना शुरू कर दिया। कितना फर्क पड़ता है ये नेता लोग नहीं जानते। जिनके घर में हजारों यूनिट फ्री आते हैं ना, उनको नहीं पता इसकी कीमत, ये गरीब ही बता सकता है। मध्य प्रदेश ਦੇ ਸਤਨਾ ਸ਼ਹਿਰ ਦੇ ਵਿੱਚ 4.5 ਸਾਲ ਦੀ ਬੱਚੀ ਨਾਲ ਜਬਰ ਜਨਾਹ ਕਰਨ ਦੀ 10 ਸਾਲ ਦੀ ਕੈਦ ਕੱਟ ਚੁੱਕੇ ਇੱਕ ਵਿਅਕਤੀ ਨੇ ਜੇਲ੍ਹ ਦੇ ਵਿੱਚੋਂ ਬਾਹਰ ਆਉਂਦੇ ਹੀ ਮੁੜ ਉਹੀ ਅਪਰਾਧ ਕਰ ਦਿੱਤਾ। ਦੋਸ਼ੀ ਨੇ ਸ਼ਹਿਰ ਦੇ ਜਗਤ ਦੇਵ ਤਾਲਾਬ ਦੇ ਕੋਲ ਭੀਖ ਮੰਗ ਕੇ ਗੁਜ਼ਾਰਾ ਕਰਨ ਵਾਲੇ ਇੱਕ ਪਰਿਵਾਰ ਦੀ 5 ਸਾਲਾ ਧੀ ਦੇ ਨਾਲ ਜਬਰ ਜਨਾਹ ਕੀਤਾ। ਦੋਸ਼ੀ ਨੂੰ ਸਾਲ 2012 ਦੇ ਵਿੱਚ 4.5 ਸਾਲ ਦੀ ਬੱਚੀ ਦੇ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿੱਚ ਅਦਾਲਤ ਕੋਲੋਂ ਉਸ ਸਮੇਂ 10 ਸਾਲ ਦੀ ਸਜ਼ਾ ਮਿਲੀ ਸੀ, ਪਰ ਜੇਲ੍ਹ ਦੇ ਵਿੱਚ ਚੰਗੇ ਚਾਲ ਚੱਲਣ ਕਰਕੇ ਉਸ ਦੀ 3 ਸਾਲ ਦੀ ਸਜ਼ਾ ਮੁਆਫ ਹੋ ਗਈ ਸੀ ਅਤੇ ਉਹ 18 ਮਹੀਨੇ ਪਹਿਲਾਂ ਹੀ ਜੇਲ੍ਹ ਵਿੱਚੋਂ ਬਾਹਰ ਆਇਆ ਸੀ। ਦੋਸ਼ੀ ਨੇ ਬਾਹਰ ਆਉਣ ਉੱਤੇ 1.5 ਸਾਲ ਬਾਅਦ ਇੱਕ ਵਾਰ ਮੁੜ ਇਸੇ ਹੀ ਤਰ੍ਹਾਂ ਦੇ ਘਟੀਆ ਜੁਰਮ ਨੂੰ ਅੰਜਾਮ ਦਿੱਤਾ। ਘਟਨਾ ਬੀਤੇ ਬੁੱਧਵਾਰ ਦੀ ਦੱਸੀ ਜਾ ਰਹੀ ਹੈ, ਜਦੋਂ ਸ਼ਾਮ ਕਰੀਬ 5:30 ਵਜੇ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਦੋਸ਼ੀ ਰਾਕੇਸ਼ ਵਰਮਾ ਉਰਫ ਰਿੰਕੂ ਜਗਤ ਦੇਵ ਤਾਲਾਬ ਪਹੁੰਚਿਆ ਤੇ ਬੱਚੀ ਨੂੰ ਦੇਖਦਿਆਂ ਹੀ ਲੜਾਉਣ ਲੱਗ ਪਿਆ। ਕੁਝ ਦੇਰ ਬਾਅਦ ਉਹ ਟੌਫੀ ਦਵਾਉਣ ਦੇ ਬਹਾਨੇ ਗੋਦ ਵਿੱਚ ਚੁੱਕ ਕੇ ਚਲਾ ਗਿਆ। ਇਹ ਦੇਖ ਕੇ ਦਾਦੀ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਦੋਸ਼ੀ ਭੱਜ ਕੇ ਆਟੋ ਵਿੱਚ ਬੈਠ ਗਿਆ ਤੇ ਕ੍ਰਿਸ਼ਨਾ ਨਗਰ ਵੱਲ ਚਲਾ ਗਿਆ। ਬਜ਼ੁਰਗ ਔਰਤ ਦੇ ਰੌਲਾ ਪਾਉਣ ਉੱਤੇ ਨੇੜੇ ਤੇੜੇ ਦੇ ਲੋਕ ਉਸ ਦਾ ਪਿੱਛਾ ਕਰਨ ਲੱਗੇ ਤਾਂ ਉੱਥੇ ਹੀ ਕੰਟਰੋਲ ਰੂਮ ਦੇ ਵਿੱਚ ਵੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਸੀ। ਲਗਭਗ 2 ਘੰਟੇ ਦੀ ਭਾਲ ਤੋਂ ਬਾਅਦ ਬੱਚੀ ਲਹੂ ਲੁਹਾਨ ਹਾਲਤ ਵਿੱਚ ਦਾਦੀ ਨੂੰ ਮਿਲੀ। ਗੰਭੀਰ ਹਾਲਤ ਵਿੱਚ ਬੱਚੀ ਨੂੰ ਜ਼ਿਲ੍ਹਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਰੀਵਾ ਦੇ ਸੰਜੇ ਗਾਂਧੀ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਵੇਖਦੇ ਹੋਏ ਪੁਲਿਸ ਤੁਰੰਤ ਹਰਕਤ ਵਿੱਚ ਆਈ ਅਤੇ ਫਰਾਰ ਹੋਣ ਤੋਂ ਪਹਿਲਾਂ ਦੋਸ਼ੀ ਰਾਕੇਸ਼ ਵਰਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਿਟੀ ਕੋਤਵਾਲੀ ਪੁਲਿਸ ਨੇ ਮਾਮਲੇ ਵਿੱਚ ਦੋਸ਼ੀ ਖਿਲਾਫ ਜਬਰ ਜਨਾਹ ਅਤੇ ਪੋਸਕੋ ਐਕਟ ਤਹਿਤ मामला दर्ज किया है। 5 बजे शाम को जगत देव तालाब से एक 5 साल की बच्ची का राकेश वर्मन नाम का व्यक्ति है, वो खिलाते हुए साथ में ले गया था। बाद में जब वो बच्ची रिपोर्ट हुई और उसको बच्ची को तलाशा गया तो राकेश वर्मा ने उसके साथ बलात्संग किया था। तो बच्ची को हॉस्पिटल लाया गया इलाज के लिए, उसका रीवा रिफर किया गया अच्छे इलाज। उसके साथ दुष्कर्म हुआ जी, उसमें उसकी घर गिराने की कार्रवाई होगी। जस्ट अभी तो बच्ची को रवाना किया है, इसके बाद सब कार्रवाई कर रहे हैं। सो फिलहाल ਦੇ ਲਈ ਵਰਲਡ ਨਿਊਜ਼ ਬੁਲਟਨ ਦੇ ਵਿੱਚ ਇੰਨਾ ਹੀ ਤੇ ਹੁਣ ਮੈਨੂੰ ਇਜਾਜ਼ਤ ਦਿਓ। ਧੰਨਵਾਦ।